ਗੁਰ ਪ੍ਰਸਾਦਿ। ਸਭਨਾ ਮਰਣਾ ਆਇਆ, ਵਿਛੋੜਾ ਸਭਨਾ। ਪੁੱਛੋ ਜਾਏ ਸਿਆਣਿਆ, ਅੱਗੇ ਮਿਲਣ ਕੇ ਨਾ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨੀ ਤੂੰ ਜਣਿਓ ਤੈਂ ਪਾਸੋਂ ਓਏ ਲੱਦ ਗਏ। ਤੂੰ ਅਜੇ ਨਾ ਪਤੀਣੋ, ਤੈਂ ਪਾਸੋਂ ਓਏ ਲੱਦ ਗਏ। ਤੂੰ ਅਜੇ ਨਾ ਪਤੀਣੋ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਕਿਛ ਥਿਰ ਨਹੀਂ, ਸੁਪਨੇ ਜਿਉਂ ਸੰਸਾਰ। ਸੁਪਨੇ ਜਿਉਂ ਸੰਸਾਰ। ਸਤਿਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਗੁਰੂ ਗ੍ਰੰਥ ਮਹਾਰਾਜ ਸੱਚੇ ਹਜ਼ੂਰ ਦੀ ਪਾਵਨ ਅਤੇ ਪਵਿੱਤਰ ਹਾਜ਼ਰੀ ਦੇ ਅੰਦਰ ਸਤਿਕਾਰਯੋਗ ਮਾਤਾ ਜੀ ਦੀ ਅੰਤਮ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਗੁਰੂ ਦਰਬਾਰ ਦੇ ਅੰਦਰ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਨਾਲ ਸਾਂਝ ਬਣਾ ਰਹੇ ਸੋ। ਸਤਿਕਾਰਯੋਗ ਜਥੇ ਨੇ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਜੋ ਬਚਨ ਆਪ ਜੀ ਦੇ ਸਾਹਮਣੇ ਪੜ੍ਹਿਆ, ਉਸ ਵਚਨ ਨੂੰ ਹੀ ਆਧਾਰ ਬਣਾ ਕੇ ਅੱਗੇ ਵਿਚਾਰ ਨੂੰ ਅਗਾਂਹ ਤੋਰਦੇ ਹਾਂ। ਇੱਕ ਵਾਰ ਸਾਰੀ ਸੰਗਤ ਨੇ ਬੜੇ ਹੀ ਪਿਆਰ ਦੇ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਸਾਨੂੰ ਕੋਈ ਗੱਲ ਸਮਝਾਉਂਦੇ ਹਨ ਤਾਂ ਉਸ ਦੇ ਮੁੱਖ ਦੋ ਤਰੀਕੇ ਹਨ। ਪਹਿਲਾ ਢੰਗ ਹੈ ਕਿਸੇ ਗੱਲ ਨੂੰ ਸਿੱਧਾ ਸਿੱਧਾ ਲਿਖ ਦੇਣਾ, ਤੇ ਦੂਸਰਾ ਤਰੀਕਾ ਹੈ ਗੱਲ ਉਹੀ ਹੈ ਪਰ ਉਸ ਗੱਲ ਨੂੰ ਕਹਿਣ ਵਾਸਤੇ ਸਤਿਗੁਰੂ ਜੀ ਸਾਡੇ ਆਲੇ ਦੁਆਲੇ ਦੀ ਕੋਈ ਉਦਾਹਰਣ ਲੈ ਲੈਂਦੇ ਨੇ। ਫਿਰ ਇਸ ਨੁਕਤੇ ਨੂੰ ਸਮਝਿਓ, ਗੁਰਬਾਣੀ ਦੀ ਇਸ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਪਹਿਲਾ ਤਰੀਕਾ ਹੈ ਸਤਿਗੁਰੂ ਜੀ ਕੋਈ ਗੱਲ ਜੋ ਸਾਡੇ ਕੰਨਾਂ ਵਿੱਚ ਪਾਉਣੀ ਚਾਹੁੰਦੇ ਹਨ ਉਸ ਨੂੰ ਸਿੱਧਾ ਲਿਖ ਦਿੰਦੇ ਹਨ। ਜਿਵੇਂ ਸਤਿਗੁਰੂ ਜੀ ਨੇ ਸਮਝ ਲਓ ਇਹੀ ਗੱਲ ਸਾਨੂੰ ਸਮਝਾਉਣੀ ਹੈ ਕਿ ਹੇ ਮਨੁੱਖ, ਤੇਰੀ ਜ਼ਿੰਦਗੀ ਜਿਹੜੀ ਹੈ ਉਹ ਇਸ ਸੰਸਾਰ ਵਿੱਚ ਝੂਠ ਹੈ। ਤਾਂ ਬਹੁਤ ਥਾਵਾਂ 'ਤੇ ਸਤਿਗੁਰੂ ਜੀ ਨੇ ਇਸ ਗੱਲ ਨੂੰ ਸਿੱਧਾ ਸਿੱਧਾ ਲਿਖਿਆ ਹੈ। ਬਾਣੀ ਦੇ ਬਹੁਤ ਸਾਰੇ ਬਚਨ ਹਨ ਜਿੱਥੇ ਸਤਿਗੁਰੂ ਜੀ ਨੇ ਸਿੱਧਾ ਬੰਦੇ ਨੂੰ ਆਖਿਆ, ਬੰਦਿਆ ਤੂੰ ਮਰ ਜਾਣਾ ਹੀ,
ਤੂੰ ਸਦਾ ਵਾਸਤੇ ਨਹੀਂ। ਪਰ ਕਈ ਥਾਵਾਂ ਤੇ ਸਤਿਗੁਰੂ ਨੇ ਕੀ ਕੀਤਾ, ਸਿੱਧਾ ਨਹੀਂ ਕਿਹਾ। ਉੱਥੇ ਸਤਿਗੁਰੂ ਜੀ ਨੇ ਕੁਝ ਉਦਾਹਰਨਾਂ ਲੈ ਲਈਆਂ, ਤੇ ਉਦਾਹਰਨਾਂ ਵੀ ਕਿਹੜੀਆਂ ਲਈਆਂ, ਸਾਡੇ ਆਲੇ ਦੁਆਲੇ ਦੀਆਂ, ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਸੀਗਾ। ਜਿਵੇਂ ਭਾਈ ਸਾਹਿਬ ਜੀ ਬਚਨ ਪੜ੍ਹ ਰਹੇ ਸਨ, ਗੋਇਲ ਆਇਆ ਗੋਇਲੀ। ਗੋਇਲ ਕਿਹਨੂੰ ਕਹਿੰਦੇ ਨੇ? ਅਸੀਂ ਸਾਰੇ ਕਿਸਾਨ ਭਰਾ ਬੈਠੇ ਹਾਂ, ਇਹਦਾ ਸੰਬੰਧ ਸਾਡੇ ਨਾਲ ਹੈ, ਸਾਡੇ ਪਰਿਵਾਰਾਂ ਦੇ ਨਾਲ ਹੈ। ਕਦੀ ਐਸਾ ਸਮਾਂ ਸੀ, ਅੱਜ ਵੀ ਮਾਲਵੇ ਦੇ ਵਿੱਚ ਚਲੇ ਜਾਓ, ਮਾਲਵੇ ਦੇ ਵਿੱਚ ਚਲੇ ਜਾਓ, ਅੱਜ ਵੀ ਉੱਥੇ ਬਹੁਤੇ ਘਰਾਂ ਦੇ ਵਿੱਚ ਉਹ ਇੱਕ ਸੀਰੀ ਰੱਖਦੇ ਨੇ। ਸੀਰੀ ਦਾ ਭਾਵ ਹੁੰਦਾ ਜਿਸ ਨੇ ਖੇਤ ਦਾ ਕੰਮ ਕਰਨਾ। ਧਿਆਨ ਨਾਲ ਸਮਝਣਾ ਜੀ ਇਸ ਗੱਲ ਨੂੰ। ਇੱਕ ਰੱਖਦੇ ਨੇ ਪਾਲੀ। ਪਾਲੀ ਦਾ ਭਾਵ ਹੁੰਦਾ ਜਿਸ ਨੇ ਕੇਵਲ ਡੰਗਰਾਂ ਦੀ ਸੰਭਾਲ ਕਰਨੀ ਹੈ। ਸੀਰੀ ਦਾ ਭਾਵ ਹੈ ਜਿਸ ਨੇ ਖੇਤਾਂ ਦੀ ਸੰਭਾਲ ਕਰਨੀ ਹੈ। ਪਾਲੀ ਦਾ ਭਾਵ ਹੈ ਜਿਹਨੇ ਡੰਗਰਾਂ ਦੀ ਸੰਭਾਲ ਕਰਨੀ ਹੈ। ਤੇ ਡੰਗਰਾਂ ਦੀ ਸੰਭਾਲ ਕਰਨ ਵਾਸਤੇ ਜਿਹੜੇ ਪਾਲੀ ਨੇ, ਉਹਨਾਂ ਪਾਲੀਆਂ ਦੀ ਇੱਕ ਖਾਸ ਜਮਾਤ ਹੈ। ਜਿਵੇਂ ਅਸੀਂ ਕਿਸਾਨ ਭਰਾ ਬੈਠੇ ਹਾਂ, ਜਿਹੜੇ ਵੀਰ ਲੋਹੇ ਦਾ ਕੰਮ ਕਰਦੇ ਨੇ, ਉਹਨਾਂ ਦੀ ਇੱਕ ਖਾਸ ਜਮਾਤ ਹੈ। ਆਪਾਂ ਸਾਰੇ ਕਹਿੰਦੇ ਹਾਂ ਜੀ ਲੋਹਾਰ ਨੇ। ਜਿਹੜੇ ਸੋਨੇ ਦਾ ਕੰਮ ਕਰਦੇ, ਆਪਾਂ ਕਹਿੰਦੇ ਹਾਂ ਜੀ ਸੁਨਿਆਰ ਨੇ। ਇਵੇਂ ਜਿਹੜੇ ਪਸ਼ੂਆਂ ਦੇ ਪਾਲਣ ਦਾ ਕੰਮ ਕਰਦੇ ਸਨ, ਹਿੱਸੇ ਦੇ ਕਰਦੇ ਸਨ ਜਾਂ ਆਪਣਾ ਕਰਦੇ ਸਨ, ਉਹਨਾਂ ਨੂੰ ਗੋਇਲੀ ਵੀ ਆਖਿਆ ਜਾਂਦਾ ਸੀਗਾ। ਕਿਉਂਕਿ ਗੋ ਦਾ ਭਾਵ ਹੁੰਦਾ ਗਾਂ, ਪਸ਼ੂ, ਜਿਹੜਾ ਪਸ਼ੂਆਂ ਨੂੰ ਪਾਲਣ ਵਾਲਾ ਹੈ। ਤੇ ਇਹਨਾਂ ਦੀ ਖਾਸ ਜਮਾਤ ਸੀ ਜਿਨ੍ਹਾਂ ਨੂੰ ਸਾਡੀ ਬਰਾਦਰੀ ਦੇ ਵਿੱਚ ਕਿਹਾ ਜਾਂਦਾ ਹੈ ਗੁੱਜਰ ਬਰਾਦਰੀ। ਅੱਜ ਵੀ ਤੁਸੀਂ ਅਨੰਦਪੁਰ ਸਾਹਿਬ ਵੱਲ ਜਾਓ ਜਾਂ ਹਿਮਾਚਲ ਦੇ ਇਲਾਕੇ ਵਿੱਚ ਜਾਓ, ਉੱਥੇ ਅੱਜ ਵੀ ਤੁਸੀਂ ਵੇਖੋ, ਅੱਜ ਵੈਸੇ ਖਾਲੀ ਜ਼ਮੀਨ ਬਹੁਤ ਘਟ ਗਈ ਹੈ, ਪਰ ਇਹ ਜਿਹੜੇ ਗੋਇਲੀ ਹੁੰਦੇ ਸਨ, ਭਾਵ ਗੁੱਜਰ ਹੁੰਦੇ ਸਨ, ਪਾਲੀ ਹੁੰਦੇ ਸਨ, ਇਹਨਾਂ ਦਾ ਸੰਬੰਧ ਕੀ ਸੀਗਾ? ਇਹਨਾਂ ਨੇ ਪਸ਼ੂ ਲੈ ਲੈਣੇ ਪਿੰਡ 'ਚੋਂ, ਕਿਸੇ ਨੇ ਧਾਰੇ 'ਤੇ ਦੇ ਦੇਣੇ, ਕਿਸੇ ਨੇ ਕਿਵੇਂ ਦੇ ਦੇਣੇ। ਇਹਨਾਂ ਨੇ ਪਸ਼ੂਆਂ ਨੂੰ ਲੈ ਤੁਰਨਾ, ਜਿੱਧਰ ਜਿੱਧਰ ਵਰਸ਼ਾ ਹੋ ਕੇ ਹਟ ਜਾਣੀ, ਘਾਹ ਉੱਗਣਾ, ਉੱਧਰ ਉੱਧਰ ਇਹਨਾਂ ਨੇ ਪਸ਼ੂਆਂ ਨੂੰ ਲਈ ਜਾਣਾ। ਪਰ ਕਿਤੇ ਵੀ ਇਹ ਆਪਣਾ ਘਰ ਨਹੀਂ ਸੀ ਬਣਾਉਂਦੇ। ਜਿੱਥੇ ਜਾਣਾ ਇਹਨਾਂ ਨੇ ਉੱਥੇ ਕੱਖਾਂ ਦੀ ਚੁੱਲ੍ਹੀ ਬਣਾ ਲੈਣੀ, ਝੌਂਪੜੀ ਬਣਾ ਲੈਣੀ, ਉਹਦੇ 'ਚ ਰਹਿ ਪੈਣਾ। ਜਦੋਂ ਵੇਖਣਾ ਕਿ ਘਾਹ ਮੁੱਕ ਗਿਆ, ਫਿਰ ਗਾਂਹ ਤੁਰ ਪੈਣਾ। ਉੱਥੇ ਵੇਖਿਆ ਘਾਹ ਮੁੱਕ ਗਿਆ, ਫਿਰ ਗਾਂਹ ਤੁਰ ਪੈਣਾ। ਸਤਿਗੁਰੂ ਜੀ ਨੇ ਉਹ ਉਦਾਹਰਨ ਸਾਡੇ 'ਤੇ ਲਈ। ਸਾਡੇ 'ਤੇ, ਉਹ ਪਾਲੀ ਨੂੰ ਨਹੀਂ ਕਹਿ ਰਹੇ, ਗੋਇਲੀ ਨੂੰ ਨਹੀਂ ਕਹਿ ਰਹੇ, ਸਾਨੂੰ ਕਹਿ ਰਹੇ। ਕਹਿੰਦੇ ਵੇਖ, ਜਿਵੇਂ ਇੱਕ ਗੁੱਜਰ ਪਸ਼ੂ ਲੈ ਕੇ ਤੁਰਿਆ ਹੀ, ਜਦੋਂ ਘਾਹ ਮੁੱਕ ਗਿਆ, ਉਹ ਆਪਣੇ ਪਸ਼ੂਆਂ ਨੂੰ ਹਿੱਕ ਕੇ ਗਾਂਹ ਲੈ ਜਾਂਦਾ ਹੀ। ਸਮਝ ਲਾ ਜ਼ਿੰਦਗੀ ਵੀ ਇੱਥੇ ਐਵੇਂ, ਜਿੰਨੇ ਦੇਰ ਦਾ ਤੇਰਾ ਇੱਥੇ ਖੁਰਾਕ ਹੈ, ਉਹਨੇ ਦੇਰ ਤੂੰ ਇੱਥੇ ਰਹਿਣਾ। ਜਿੱਦਣ ਤੇਰੀ ਖੁਰਾਕ ਮੁੱਕ ਗਈ, ਜਿਵੇਂ ਪਸ਼ੂਆਂ ਨੂੰ ਚਾਰਨ ਵਾਲਾ ਪਸ਼ੂਆਂ ਨੂੰ ਗਾਂਹ ਹਿੱਕ ਕੇ ਲੈ ਜਾਂਦਾ ਹੈ, ਸਮਝ ਲਾ ਖੁਦਾ ਨੇ ਤੈਨੂੰ ਗਾਂਹ ਲੈ ਜਾਣਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਫਸਾਰ। ਡੰਫ ਫਸਾਰ ਦਾ ਮਤਲਬ ਹੈ ਉਹਨੇ ਵਿਚਾਰੇ ਨੇ ਕਿਹੜੀਆਂ ਮਹਿਲ ਮਾਲੀਆਂ ਪਾਉਣੀਆਂ, ਉਹ ਤੇ ਪਸ਼ੂ ਚਰਾਉਣ ਆਇਆ। ਕਹਿੰਦੇ ਮੁੱਲਤ ਪੁੰਨੀ ਚੱਲਣਾ। ਜਦੋਂ ਸਮਾਂ ਖਤਮ ਹੋ ਗਿਆ, ਵਕਤ ਖਤਮ ਹੋ ਗਿਆ, ਉਹਨੇ ਗਾਂਹ ਜਾਣਾ, ਗਾਂਹ ਤੁਰਨਾ ਪੈਣਾ। ਆ ਸਿਆਣੇ ਬਜ਼ੁਰਗ ਬੈਠੇ ਨੇ, ਅੱਜ ਤੇ ਉਹ ਰਿਵਾਜ ਖਤਮ ਹੋ ਗਿਆ, ਪਰ ਇਹਨਾਂ ਨੇ ਉਹ ਦਿਨ ਹੰਢਾਏ ਵੀ ਨੇ। ਸਿਆਣੀਆਂ ਬੀਬੀਆਂ ਬੈਠੀਆਂ ਨੇ, ਇਹਨਾਂ ਨੇ ਉਹਨਾਂ ਦਿਨਾਂ ਨੂੰ ਆਪਣੇ ਅੱਖਾਂ ਨਾਲ ਤੱਕਿਆ ਵੀ ਹੈ। ਜਦੋਂ ਸਾਡੇ ਘਰਾਂ ਦੇ ਬਾਹਰ ਬੱਚੇ ਖੇਡਦੇ ਸਨ, ਅੱਜ ਤੇ ਮੋਬਾਈਲ ਨੇ ਖੇਡ ਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਇਹ ਇਕੱਲੀ ਖੇਡ ਹੀ ਖਤਮ ਨਹੀਂ ਹੋਈ, ਖੇਡਾਂ ਦੇ ਨਾਲ ਨਾਲ ਦਿਲਾਂ 'ਚੋਂ ਸਾਂਝ ਵੀ ਖਤਮ ਹੋ ਗਈ ਹੈ। ਪਹਿਲਾਂ ਜਦੋਂ ਖੇਡਦੇ ਸਨ, ਉਹਨਾਂ ਖੇਡਾਂ ਦੇ ਵਿੱਚ ਵਾਰੀਆਂ ਆਉਂਦੀਆਂ ਸਨ। ਬਾਹਰ ਨੌਜਵਾਨਾਂ ਨੇ ਖੇਡਣਾ, ਬੱਚਿਆਂ ਨੇ ਖੇਡਣਾ, ਉਹਨਾਂ 'ਚ ਵਾਰੀਆਂ ਆਉਣੀਆਂ। ਆ ਜੀ ਇਹਦੀ ਵਾਰੀ ਹੈ, ਉਹਦੀ ਵਾਰੀ ਹੈ, ਉਹਦੇ 'ਚ ਹੋ ਜਾਂਦਾ ਸੀ ਕਿਸੇ ਦੀ ਵਾਰੀ ਨਾ ਆਵੇ। ਕਈ ਵਾਰ ਐਸਾ ਵੀ ਹੁੰਦਾ ਸੀ ਕਿਸੇ ਦੀ ਵਾਰੀ ਨਾ ਆਵੇ, ਪਰ ਸਤਿਗੁਰੂ ਜੀ ਨੇ ਬਾਣੀ 'ਚ ਆਖਿਆ, ਕਹਿੰਦੇ ਸੰਸਾਰਕ ਖੇਡ ਖੇਡਦਿਆਂ ਹੋ ਸਕਦਾ ਕਿਸੇ ਦੀ ਵਾਰੀ ਨਾ ਆਵੇ। ਪਿਆਰਿਆ, ਇੱਕ ਅੱਧਾ ਛੁੱਟ ਜਾਵੇ, ਪਰ ਇਹ ਜ਼ਿੰਦਗੀ ਦੀ ਖੇਡ ਐਸੀ ਹੈ, ਇਹਦੇ 'ਚ ਮੌਤ ਦੀ ਵਾਰੀ ਸਾਰਿਆਂ ਦੀ ਹੀ ਆਉਣੀ ਹੈ। ਇਸੇ ਕਰਕੇ ਬਾਣੀ 'ਚ ਸਾਹਿਬ ਨੇ ਆਖਿਆ, ਇੱਥੇ ਖੇਡ ਦੇ ਨਜ਼ਰੀਏ ਨਾਲ ਆਖਿਆ। ਪਾਤਸ਼ਾਹ ਕਹਿੰਦੇ ਨੇ ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ।
ਚੱਲੇ ਮਸ਼ਾਇਕ ਸ਼ੇਖ ਸਾਰਿਆਂ ਦੀ ਵਾਰੀ ਆਪੋ ਆਪਣੀ ਹੈ। ਸਾਰੇ ਵਾਰੀ ਦੇ ਵਿੱਚ ਲਾਈਨ ਦੇ ਵਿੱਚ ਲੱਗੇ ਨੇ ਤੇ ਜਾਣਾ ਹੈ। ਤਾਂ ਸਤਿਗੁਰੂ ਜੀ ਨੇ ਉਸੇ ਹੀ ਸ਼ਬਦ ਵਿੱਚ ਜਿਹੜੇ ਭਾਈ ਸਾਹਿਬ ਪੜ੍ਹ ਰਹੇ ਸਨ ਦੂਜੀ ਉਦਾਹਰਣ ਦਿੱਤੀ। ਪਹਿਲੀ ਗੁੱਜਰ ਦੀ ਦਿੱਤੀ, ਦੂਜੀ ਉਦਾਹਰਣ ਦਿੱਤੀ ਮਾਲੀ ਦੀ। ਇੱਕ ਮਾਲੀ ਹੁੰਦਾ ਹੈ ਜਿਹੜਾ ਬਾਗ ਨੂੰ ਪਾਲਦਾ ਹੈ, ਉਹਦੀ ਉਦਾਹਰਣ ਦੂਸਰੀ ਪੰਕਤੀ ਦੇ ਵਿੱਚ ਦਿੱਤੀ। ਪਾਤਸ਼ਾਹ ਜੀ ਕਹਿੰਦੇ ਕਿਆ ਤੂੰ ਰੱਤਾ ਗ੍ਰਿਸਤ ਸੋਂ ਸਭ ਫੁੱਲਾਂ ਦੀ ਬਾਗਾਤ। ਫੁੱਲਾਂ ਦੀ ਬਾਗਾਤ ਦਾ ਮਤਲਬ ਹੈ ਇੱਕ ਮਾਲੀ ਜਿਹੜਾ ਬੜੇ ਪਿਆਰ ਦੇ ਨਾਲ ਬਗੀਚੀ ਦੇ ਵਿੱਚ ਫੁੱਲਾਂ ਨੂੰ ਪਾਲਦਾ ਹੈ। ਫੁੱਲ ਖਿੜਦੇ ਨੇ, ਪਰ ਐਸਾ ਨਹੀਂ ਕਿ ਸਦਾ ਫੁੱਲ ਖਿੜੇ ਰਹਿਣਗੇ। ਉਹਨਾਂ ਦੀ ਉਮਰ ਬੜੀ ਥੋੜ੍ਹੀ ਹੈ, ਥੋੜ੍ਹੇ ਦਿਨ ਬਾਅਦ ਉਹ ਮੁਰਝਾ ਜਾਂਦੇ ਨੇ, ਉਹਨਾਂ ਨੂੰ ਮੁਰਝਾਉਣਾ ਪੈਂਦਾ, ਉਹਨਾਂ ਦੀ ਜਗ੍ਹਾ ਦੂਸਰੇ ਆ ਜਾਂਦੇ ਨੇ। ਦੂਜੀ ਉਦਾਹਰਣ ਪਾਤਸ਼ਾਹ ਨੇ ਇਹ ਦਿੱਤੀ। ਸੋ ਮੇਰੇ ਕਹਿਣ ਦਾ ਭਾਵ ਇਹ ਸੀਗਾ ਕਿ ਸਤਿਗੁਰ ਨੇ ਬਾਣੀ ਦੇ ਵਿੱਚ ਕੁਝ ਗੱਲਾਂ ਸਿੱਧੀਆਂ ਕਹੀਆਂ ਨੇ, ਕੁਝ ਗੱਲਾਂ ਉਦਾਹਰਣਾਂ ਦੇ ਦੁਆਰਾ ਕਹੀਆਂ ਨੇ। ਇੱਥੇ ਮੌਤ ਦੇ ਸੰਦਰਭ ਵਿੱਚ ਸਾਹਿਬ ਜੀ ਸਾਨੂੰ ਇਹ ਸਮਝਾ ਰਹੇ ਨੇ ਸਭਨਾਂ ਦੀ ਵਾਰੀ ਹੈ। ਇਸ ਵਾਰੀ ਦੇ ਵਿੱਚ ਸਾਰੇ ਲੱਗੇ ਨੇ, ਕਿਸੇ ਦਾ ਅੱਜ ਹੈ, ਕਿਸੇ ਦਾ ਕੱਲ੍ਹ ਹੈ। ਪਰ ਇੱਕ ਗੱਲ ਜਾਣਿਓ, ਜਦੋਂ ਅਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਪੜ੍ਹਦੇ ਹਾਂ, ਉੱਥੇ ਇੱਕ ਨਵੀਂ ਜੀ ਗੱਲ ਸਾਹਮਣੇ ਆਉਂਦੀ ਹੈ। ਉਹ ਨਵੀਂ ਜੀ ਗੱਲ ਕਿਹੜੀ ਸਾਹਮਣੇ ਆਉਂਦੀ ਹੈ? ਉਹ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਬਾਣੀ ਨੂੰ ਪੜ੍ਹੀਏ ਤੇ ਉੱਥੇ ਇਹ ਆਉਂਦਾ ਹੈ ਸਿੱਖ ਨੇ ਇਹ ਮੰਨਣਾ ਹੈ, ਸਿੱਖ ਇਹ ਮੰਨਦਾ ਹੈ, ਜਾਂ ਸਿੱਖ ਨੂੰ ਗੁਰਬਾਣੀ ਵਿੱਚੋਂ ਇਹ ਮਨਾਇਆ ਗਿਆ। ਪਾਤਸ਼ਾਹ ਕਹਿੰਦੇ ਨੇ ਭਾਵੇਂ ਜ਼ਿੰਦਗੀ 100 ਸਾਲ ਦੀ ਹੋਵੇ ਤੇ ਭਾਵੇਂ ਜ਼ਿੰਦਗੀ ਇੱਕ ਪਲ ਦੀ ਹੋਵੇ। ਮੈਂ ਦੋਵੇਂ ਬਚਨ ਬਾਣੀ ਵਿੱਚੋਂ ਤੁਹਾਡੇ ਨਾਲ ਸਾਂਝੇ ਕਰਾਂਗਾ। ਬਾਣੀ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਜ਼ਿੰਦਗੀ ਭਾਵੇਂ 100 ਸਾਲ ਦੀ ਹੈ, ਤੇ ਬਾਣੀ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਜ਼ਿੰਦਗੀ ਭਾਵੇਂ ਇੱਕ ਪਲ ਦੀ ਹੈ। ਪਰ ਸਤਿਗੁਰੂ ਜੀ ਨੇ ਉਸ ਜ਼ਿੰਦਗੀ ਨੂੰ ਜ਼ਿੰਦਗੀ ਮੰਨਿਆ ਜਿਹੜੀ ਜ਼ਿੰਦਗੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਜ਼ਰ ਜਾਂਦੀ ਹੈ। ਬਾਣੀ ਦਾ ਇੱਕ ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਇੱਕ ਇਨਸਾਨ ਜ਼ਿੰਦਗੀ ਜਿਉ ਰਿਹਾ ਹੈ, ਇਵੇਂ ਇੱਕ ਅਜਗਰ ਵੀ ਜ਼ਿੰਦਗੀ ਜਿਉਂਦਾ ਹੈ। ਅਜਗਰ ਦੀ ਉਮਰ ਬੜੀ ਲੰਬੀ ਮੰਨੀ ਗਈ ਹੈ ਕਿ ਉਹ ਲੰਮਾ ਸਮਾਂ ਜ਼ਿੰਦਗੀ ਜਿਉਂਦਾ ਹੈ। ਉਹਦੀ ਉਦਾਹਰਨ ਪਾਤਸ਼ਾਹ ਨੇ ਬਾਣੀ 'ਚ ਵਰਤੀ ਹੈ। ਪਾਤਸ਼ਾਹ ਕਹਿੰਦੇ ਨੇ ਹਰ ਬਿਸਰਤ ਸਦਾ ਖੁਵਾਰੀ ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਅਗਲੀ ਪੰਕਤੀ ਧਿਆਨ ਨਾਲ ਪੜ੍ਹਨਾ। ਬਿਨ ਸਿਮਰਨ ਜਿਉ ਜੀਵਨ ਬਲਨਾ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋ ਹਾਰੀ। ਪਾਤਸ਼ਾਹ ਕਹਿੰਦੇ ਹਾਰ ਕੇ ਗਿਆ, ਉਹਦਾ ਜੀਵਨ ਸੱਪ ਦੇ ਨਿਆਂ ਹੀ ਆ। ਅਜਗਰ ਨੇ ਵੀ ਬੜੀ ਲੰਮੀ ਜ਼ਿੰਦਗੀ ਗੁਜ਼ਾਰੀ ਆ, ਪਰ ਭਾਰ ਹੀ ਚੁੱਕਿਆ ਨਾ, ਭਾਰ ਹੀ ਢੋਇਆ ਨਾ। ਬਸ ਸ਼ਿਕਾਰ ਖਾ ਲਿਆ ਤੇ ਪਿਆ ਰਿਹਾ, ਸ਼ਿਕਾਰ ਖਾ ਲਿਆ ਤੇ ਪਿਆ ਰਿਹਾ। ਅਜਗਰ ਦੀ ਜ਼ਿੰਦਗੀ ਇਹੀ ਹੈ, ਇਸ ਤੋਂ ਬਾਅਦ ਉਹਦੀ ਜ਼ਿੰਦਗੀ 'ਚ ਹੋਰ ਕੁਝ ਨਹੀਂ। ਇਵੇਂ ਸਾਹਿਬ ਕਹਿੰਦੇ ਬਿਨਾਂ ਸਿਮਰਨ ਤੋਂ ਤੇਰੀ ਜ਼ਿੰਦਗੀ ਵੀ ਸਮਝ ਲਾ ਇਉਂ ਹੈ ਜਿਵੇਂ ਭਾਰ ਢਾਉਂਦੇ ਆਂਦੀ ਹੈ। ਪਰ ਦੂਜੇ ਬੰਨੇ ਸਤਿਗੁਰੂ ਜੀ ਨੇ ਇਹ ਗੱਲ ਵੀ ਬਾਣੀ ਦੇ ਵਿੱਚ ਕਹੀ ਹੈ, ਕਹਿੰਦੇ ਜੇ ਕੋਈ ਬੰਦਾ ਥੋੜ੍ਹਾ ਪਲ ਵੀ ਸਿਮਰਨ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ, ਉਹ ਜ਼ਿੰਦਗੀ ਜਿਹੜੀ ਹੈ ਬੜੀ ਸਫਲ ਹੈ ਤੇ ਬੜੀ ਸੋਹਣੀ ਹੈ ਤੇ ਬੜੀ ਸੁਹਾਵਣੀ ਹੈ। ਬਾਣੀ ਦੇ ਵਿੱਚ ਕਿਹਾ ਹੈ ਨਾ ਸਤਿਗੁਰੂ ਜੀ ਨੇ ਧੰਨ 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 ਜਨ ਆਇਆ। ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਉਹਦੇ 'ਚ ਬਚਨ ਆਏ ਨੇ ਧੰਨ 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 ਜਨ ਆਇਆ ਜੇ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸੁਆਓ। ਸੁਆਓ ਦਾ ਮਤਲਬ ਹੈ ਸਵਾਰਥ। ਜਨ ਕੈ ਸੰਗ ਚਿਤ ਆਵੈ ਨਾਉ। ਇਹ ਭਾਵੇਂ ਜ਼ਿੰਦਗੀ ਥੋੜ ਚਿਰੀ ਹੈ, ਸਾਹਿਬ ਨੇ ਇਸ ਥੋੜ ਚਿਰੀ ਜ਼ਿੰਦਗੀ ਨੂੰ ਵੀ ਬੜਾ ਸੋਹਣਾ ਮੰਨਿਆ, ਬੜੀ ਸੁਹਾਵਣੀ ਮੰਨੀ ਹੈ, ਬੜੀ ਵਧੀਆ ਮੰਨੀ ਹੈ। ਸੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਇੱਕ ਗੱਲ ਤੇ ਬਾਣੀ ਵਿੱਚ ਇਹ ਗੱਲ ਸਪਸ਼ਟ ਕਰ ਦਿੱਤੀ ਗਈ ਕਿ ਇਨਸਾਨ ਨੇ ਮਰਨਾ ਹੈ। ਸਾਡੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਸਪਸ਼ਟ ਕੀਤੀ ਗਈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਟਨੇ ਦੀ ਧਰਤੀ ਤੇ ਗਏ ਪਹਿਲੀ ਵਾਰ, ਉੱਥੇ ਸਤਿਗੁਰੂ ਜੀ ਦਾ ਸਾਲਸਰਾਏ ਚੌਧਰੀ ਜਿਹੜਾ ਹੈ ਉਹਦੇ ਨਾਲ ਗੱਲਬਾਤ ਹੁੰਦੀ ਹੈ, ਵਾਰਤਾ ਹੁੰਦੀ ਜਿਹੜੀ ਸਾਡੇ ਇਤਿਹਾਸ ਦੇ ਵਿੱਚ ਹੈ ਕਿ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਕਿ ਜਾ 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ ਲੈ ਕੇ ਆ। ਭਾਈ ਮਰਦਾਨਾ ਘੁੰਮਦਾ ਰਿਹਾ, ਕਿਸੇ ਨੇ ਨਾ ਦਿੱਤਾ।
कदी इधर जावे कदी इधर जावे, हर बाजार विचों खाली मुड़ आए। फिर सतगुरु जी कहते फलाने बाजार च जा, उत्थे वो चौधरी मिलिया, उसने उस पैसे का की लिख के दिता, वो की लिख के दिता, असल चो पैसे का लिखिया होया नहीं, असल चो जिंदगी का तत्त सी। लिख के की दिता, कहते जी जिउना झूठ ते मरना सच। ये साडियां साखियां दे विचों भी बड़े थावां ते साहब ने स्पष्ट किया इस गल नूं। ਇਹਦੇ ਨਾਲ अगली गल ਜਿਹੜੀ ਇਹ स्पष्ट ਕੀਤੀ है साहब ने बाणी ਦੇ ਵਿੱਚ कि ਜਿਹੜਾ ਜੀਵਨ सतगुरु जी ਕਹਿੰਦੇ सिमरन ਦੇ ਨਾਲ ਜੁੜਿਆ ਹੋਇਆ ਨਾ, ਉਹ ਜੀਵਨ ਬੜਾ ਸਫਲ ਅਤੇ ਬੜਾ ਸੁਖਦਾਈ ਅਤੇ ਬੜਾ ਸੁਹਾਵਣਾ ਹੈ। ਸਾਹਿਬ ਨੇ ਇਹ ਵੀ ਗੱਲ ਬਾਣੀ 'ਚ ਜਗ੍ਹਾ ਜਗ੍ਹਾ ਕਹੀ ਹੈ। ਨਾਲ ਇਹ ਗੱਲ ਕਹੀ ਹੈ, ਭਾਵੇਂ ਜ਼ਿੰਦਗੀ ਲੰਮੀ ਹੋਵੇ ਭਾਵੇਂ ਜ਼ਿੰਦਗੀ ਛੋਟੀ ਹੋਵੇ, ਪਰ ਸਾਹਿਬ ਕਹਿੰਦੇ ਉਹ ਜੀਵਨ ਸਫਲ ਹੈ ਜਿਸ ਜੀਵਨ ਦੇ ਅੰਦਰ ਬੰਦਾ ਰੱਬ ਜੀ ਦੇ ਸਿਮਰਨ ਦੇ ਨਾਲ ਜੁੜਿਆ ਹੋਇਆ। ਇਹ ਤੋਂ ਮੈਂ ਅੱਗੇ ਵਧਾਂ, ਅਗਲੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਉਹ ਇਹ ਹੈ, ਹੁਣ ਸਿਮਰਨ ਕਿੰਨਾ ਚਿਰ ਕਰੀਏ? एक बड़ा वड्डा सवाल खड़ा हो जाता है, क्योंकि ये नाल साडे मुतलक ये सवाल खड़े हुए ने, क्योंकि घर दे काम भी करने ने, जिम्मेवारियां भी निभाउणियां ने, असीं अपने धंधे भी करने हन ते सिमरन भी करना है। सिमरन किन्ना चिर करिए? पहलां ते आपां इस सवाल का जवाब सतगुरु जी की बाणी चों लईए। एक गल चेते रखना, सतगुरु जी ने पवित्र बाणी दे विच सिमरन नूं अते घर दे कंमां कारां नूं अलग अलग नहीं कीता। कई सज्जण इत्थे भुलेखे च ने, कई सज्जणां नूं इस गल दा भरम है कि सतगुरु जी ने सिमरन नूं अते कंमां कारां नूं अलग कीता। नहीं, मैं बाणी दा बचन साझा कर दवां। यही भुलेखा किसे दिन भगत नामदेव जी नूं वेख के भगत तरलोचन जी नूं भी पिया सी। जिहड़ा भुलेखा अज सानूं पै रिहा है ना, ये भुलेखा किसे दिन भगत तरलोचन जी नूं भी पिया सीगा। ते उन्हां ने भगत नामदेव जी ते सवाल खड़ा कीता सी, कहंदे नामा माया मोहिया कह तिलोचन मीत। कहंदे नामिया तू ते पैसे दा बड़ा लालची हो गया, माया दा मोया होया। नामदेव जी कहंदे किवें तरलोचना? कहते जदों मैं तेरे घरे आना वा, जदों तेरे घरे आईए उस उदों जदों आए तू उदों ही कपड़े बुनदा हुन्ना। वैसे सारे बन्ने चौतरफे तेरी धुम पई हुई है कि नामदेव बड़ा रब दा प्यारा है, नामदेव बड़ा रब दा प्यारा है, नामदेव बड़ा रब दा प्यारा है। क्योंकि उन्हां दिनां दे विच भगत नामदेव जी दा डंका वज गया सी। शायद तुहानूं चेता होवे, भगत कबीर साहब अते भगत नामदेव साहब उन्होंने ने समय की हकूमत के नाल उवें टक्कर लई जिवें अज किसान भरा लै रहे हैं। इतिहास नूं पढ़ के वेखियो, भगत नामदेव जी के वेले समय का बादशाह मुहम्मद बिन तुगलक सीगा। किड्डी वड्डी टक्कर होवेगी कि भगत नामदेव जी नूं उसने हाथी के पैरों थले रोंद के मारन की सज़ा सुनाई सी। हुण आप सोच लो, भगत नामदेव जी ने ऐसा क्या किया होएगा? फिर सज़ा सुना दी, पर सज़ा दी नहीं गई। उन्हां कोल सज़ा नूं पूरा नहीं चढ़ाया गया, वो पैरों के थले रोंदे नहीं गए। ये आप सोच के वेखो कि उन्हां दे नाल किन्ने लोग खड़े हो गए होणगे। इवें भगत कबीर साहब जी दे नाल। खैर, मैं जिहड़ी गल सांझी कर रहा सां, कहंदे तरलोचन आया ते हर वारी आके कहंदा नामिया तू ते पैसे दा बड़ा प्यारा हो गया। नामा माया मोहिया कह तिलोचन मीत काहे छिपो छायले। छिपो छायले का मतलब हुंदा है, छायले का मतलब हुंदा छापा, किसी चीज़ ते छापा, छापा लाउणा। भाव जिवें कपड़ियां ते जिन्हों आपां कहने आ प्रिंटेड कपड़े, रंग देना, रंग लाउणा, कपड़े रंगने, कपड़ियां दी रंगाई करनी, ये उन्हां दा काम सीगा, कपड़ियां नूं रंगना। कहंदे जदों आउणे आ उदों तुहानूं वेखीदा तुसीं कपड़े रंगदे मिलदे हो, इन्हां दा ही तुसीं काम करदे हो। काहे छिपो छायले राम न लावो चीत। रब नूं कदों चेते करदा है? जिहड़ा अज साडा सवाल है ना, ये सवाल कदी भगत तरलोचन जी का भगत नामदेव जी नूं सीगा, जिहड़ा उन्होंने जवाब दिता काबिले तारीफ सीगा। कहन लगे भगत नामदेव जी, कहंदे नामा कह तिलोचना। नामा हुण नामदेव जी कहंदे नामदेव
ਕਹਿੰਦੇ ਭਗਤ ਲੋਚਨ ਜੀ ਮੇਰੀ ਗੱਲ ਸੁਣੋ, ਕਿ ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ ਸੰਭਾਲ। ਮੈਂ ਮੁਖ ਤੋਂ ਵਾਹਿਗੁਰੂ ਨੂੰ ਚੇਤੇ ਕਰਦਾ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਇਸ ਨੁਕਤੇ ਨੂੰ ਸਮਝਿਓ, ਸਿਮਰਨ ਨੂੰ ਤੇ ਕਿਰਤ ਨੂੰ ਗੁਰਬਾਣੀ ਵਿੱਚ ਅੱਡ ਨਹੀਂ ਕੀਤਾ ਗਿਆ, ਦੋਵਾਂ ਚੀਜ਼ਾਂ ਨੂੰ ਨਾਲ ਜੋੜਿਆ ਗਿਆ ਹੈ। ਖਿਮਾ ਕਰਨਾ, ਜਿੱਥੇ ਕਿਰਤ ਨਾਲੋਂ ਸਿਮਰਨ ਅਲੱਗ ਹੈ ਤੇ ਸਿਮਰਨ ਨਾਲੋਂ ਕਿਰਤ ਅਲੱਗ ਹੈ, ਦੋਨਾਂ ਚੀਜ਼ਾਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹੈ। ਸਿਮਰਨ ਤੋਂ ਵਿਹੂਣੀ ਕਿਰਤ ਵੀ ਕਿਰਤ ਨਹੀਂ ਰਹਿੰਦੀ, ਅਤੇ ਕਿਰਤ ਤੋਂ ਵਿਹੂਣਾ ਸਿਮਰਨ ਵੀ ਸਿਮਰਨ ਨਹੀਂ ਰਹਿੰਦਾ। ਸਾਡੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਜ਼ਿੰਦਗੀ ਦੇ ਮੁੱਢ ਤੋਂ, ਜ਼ਿੰਦਗੀ ਦੇ ਮੁੱਢਲੇ ਪੜਾਵਾਂ ਤੋਂ ਅਸੀਂ ਸਾਖੀਆਂ 'ਚ ਸੁਣਦੇ ਆਏ ਹਾਂ, ਜਦੋਂ ਉਹ ਬਚਪਨ ਦੇ ਵਿੱਚ ਸਨ ਮਈਆਂ ਚਾਰਦੇ ਸਨ, ਜਦੋਂ ਉਹ ਵੱਡੇ ਹੋਏ ਦੁਕਾਨਦਾਰੀ ਕਰਦੇ ਰਹੇ, ਉਹ ਤੋਂ ਵੱਡੇ ਹੋਏ ਜ਼ਿੰਮੇਵਾਰੀਆਂ ਘਰ ਦੀਆਂ ਆਈਆਂ, ਨੌਕਰੀ ਕੀਤੀ, ਬਜ਼ੁਰਗੀ ਦੇ ਵਿੱਚ ਆਏ ਤੇ ਉਹਨਾਂ ਨੇ ਹਲ ਦੇ ਮੁੱਠੇ ਨੂੰ ਹੱਥ ਪਾ ਲਿਆ। ਦੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਹ 70-72 ਸਾਲ ਦਾ ਜੀਵਨ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਕਿਰਤ ਕਰਦੇ ਰਹੇ, ਕਿਰਤ ਦੇ ਨਾਲ ਨਾਲ ਉਹਨਾਂ ਨੇ ਅਗੰਮੀ ਸਿਮਰਨ ਵੀ ਕੀਤਾ। ਸੋ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਇਹ ਦੋਵੇਂ ਕੰਮ ਬਰਾਬਰ ਚੱਲਦੇ ਨੇ। ਇਹਦੇ ਬਾਰੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹਦੇ 'ਚ 5 ਉਦਾਹਰਨਾਂ ਨੇ, ਉਹਦੇ 'ਚ ਮੈਂ ਕੇਵਲ ਇੱਕ ਹੀ ਉਦਾਹਰਨ ਸਾਂਝੀ ਕਰਾਂਗਾ ਸਮੇਂ ਦੇ ਹਿਸਾਬ ਨਾਲ। ਉਹ ਉਦਾਹਰਨ ਕਿਹਦੀ ਹੈ? ਬੱਚਿਆਂ ਦੀ ਹੈ। ਬੱਚੇ ਸਾਡੇ ਘਰਾਂ ਵਿੱਚ ਪਤੰਗ ਉਡਾਉਂਦੇ ਨੇ, ਉਹਦੀ ਉਦਾਹਰਨ ਭਗਤ ਨਾਮਦੇਵ ਜੀ ਨੇ ਦਿੱਤੀ। ਉਹ ਕਹਿੰਦੇ ਆਨੀਲੇ ਕਾਗਜ਼, ਕਹਿੰਦੇ ਕਾਗਜ਼ ਲਿਆਂਦਾ, ਕਾਟੀ ਲੈ ਗੁੱਡੀ, ਉਹਦੇ ਵਿੱਚੋਂ ਗੁੱਡੀ ਕੱਟ ਲਈ, ਭਾਵ ਪਤੰਗ ਕੱਢ ਲਈ, ਪਤੰਗ ਬਣਾ ਲਈ। ਆਨੀਲੇ ਕਾਗਜ਼ ਕਾਟੀ ਲੈ ਗੁੱਡੀ, ਆਕਾਸ਼ ਮਦੇ ਭਰਮੀ ਅਲੇ, ਤੇ ਆਕਾਸ਼ ਵਿੱਚ ਉਡਾ ਦਿੱਤੀ ਹੈ ਧਾਗੇ ਨਾਲ ਬੰਨ੍ਹ ਕੇ। ਆਨੀਲੇ ਕਾਗਜ਼ ਕਾਟੀਲੇ ਗੁੱਡੀ, ਆਕਾਸ਼ ਮਦੇ ਭਰਮੀ ਅਲੇ। ਹੋਇਆ ਕੀ ਫਿਰ? ਕਹਿੰਦੇ ਪੰਚ ਜਨਾ ਸਿਓ ਬਾਤ ਬਤਊਆ, ਜਿੰਨੇ ਗੁੱਡੀ ਉਡਾਈ ਨਾ, ਉਹ ਗੁੱਡੀ ਵੀ ਉਡਾ ਰਿਹਾ ਡੋਰ ਨਾਲ, ਤੇ 5 ਜਾਣਿਆਂ ਨਾਲ ਗੱਲਾਂ ਵੀ ਕਰ ਰਿਹਾ। ਕਹਿੰਦੇ ਇਵੇਂ ਸਿਮਰਨ ਕਰਨਾ ਹੈ। ਇਹ ਸਿਮਰਨ ਦੀ ਉਦਾਹਰਣ ਹੈ। ਕਹਿੰਦੇ ਆਨੀਲੇ ਕਾਗਜ਼ ਕਾਟੀਲੇ ਗੁੱਡੀ, ਆਕਾਸ਼ ਮਦੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ। ਕਹਿੰਦੇ ਇਵੇਂ ਆਪਣਾ ਮਨ ਜਿਹੜਾ ਰੱਬ ਦੇ ਨਾਮ 'ਚ ਬੇਦਣਾ ਹੈ, ਜੋੜਨਾ ਹੈ, ਕੰਮ ਵੀ ਕਰਨਾ ਹੈ, ਉਹ ਗੁੱਡੀ ਵੀ ਉਡਾ ਰਿਹਾ ਹੈ ਤੇ ਗੱਲਾਂ ਵੀ ਕਰ ਰਿਹਾ ਹੈ। ਅਗਲੀ ਉਦਾਹਰਣ ਦਿੱਤੀ, ਆਪ ਮੇਰੀਆਂ ਮਾਵਾਂ ਭੈਣਾਂ ਸੁਨਿਆਰ ਦੀ ਦੁਕਾਨ ਤੇ ਜਾਂਦੀਆਂ, ਜਦੋਂ ਘਰ ਵਿੱਚ ਧੀ ਦਾ ਕਾਰਜ ਹੋਵੇ, ਕਦੀ ਵੇਖਿਓ ਗੌਰ ਕਰਕੇ ਸੁਨਿਆਰ ਵੱਲ, ਉਹ ਗਹਿਣਾ ਵੀ ਬਣਾ ਰਿਹਾ, ਉਹਦੀ ਉਦਾਹਰਣ ਦਿੱਤੀ ਹੈ। ਉਹ ਗਹਿਣਾ ਵੀ ਬਣਾ ਰਿਹਾ ਤੇ ਤੁਹਾਡੇ ਨਾਲ ਗੱਲਬਾਤ ਵੀ ਕਰ ਰਿਹਾ, ਬਾਣੀ 'ਚ ਉਦਾਹਰਨ ਹੈ। ਕਹਿੰਦੇ ਦੋਵੇਂ ਕੰਮ ਇਕੱਠੇ ਕਰ ਰਿਹਾ ਉਹ। ਤੇ ਸਾਡੇ ਵਿੱਚ ਸਿਮਰਨ ਤੇ ਕਿਰਤ ਦੋਵੇਂ ਇਕੱਠੇ ਨੇ। ਕਹਿੰਦੇ ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ। ਕਨਕ ਕਲਾ, ਕਨਕ ਕਹਿੰਦੇ ਨੇ ਸੋਨੇ ਨੂੰ, ਕਲਾ ਕਹਿੰਦੇ ਨੇ ਸੋਨੇ ਨੂੰ ਘੜਨ ਨੂੰ। ਕਹਿੰਦੇ ਜਿਵੇਂ ਸੁਨਿਆਰ ਦੁਕਾਨ ਤੇ ਬੈਠਾ ਸੋਨੇ ਨੂੰ ਘੜਦਾ ਵੀ ਹੈ ਤੇ ਗਾਹਕ ਨਾਲ ਗੱਲਾਂ ਵੀ ਕਰਦਾ, ਬਸ ਇਵੇਂ ਸਿਮਰਨ ਕਰਨਾ ਹੈ। ਸਿਮਰਨ ਵੀ ਕਰਨਾ ਹੈ ਤੇ ਕਿਰਤ ਵੀ ਕਰਨੀ ਹੈ। ਆ ਪਹਿਲਾਂ ਘਰਾਂ 'ਚ ਕਿੱਥੇ ਬੋਰ ਹੁੰਦੇ ਸਨ, ਪਿੰਡ 'ਚ ਇੱਕ ਖੂਹ ਹੁੰਦਾ ਸੀ, ਬੀਬੀਆਂ 5-5 7 5-5 4-4 ਘੜੇ ਸਿਰ ਤੇ ਚੁੱਕ ਕੇ ਲਿਆਉਂਦੀਆਂ ਸਨ। ਉਹਦੀ ਉਦਾਹਰਨ ਹੈ ਬਾਣੀ ਦੇ ਵਿੱਚ। ਉਹਨਾਂ ਨੇ 4 ਘੜੇ 3 ਘੜੇ ਸਿਰ ਤੇ ਲਿਆਉਣੇ, ਆਪਸ 'ਚ ਗੱਲਾਂ ਕਰਦਿਆਂ ਆਉਣਾ। ਕਹਿੰਦੇ ਇਵੇਂ ਵੇਖੋ, ਉਹਨਾਂ ਨੇ ਦੋਵੇਂ ਬੰਨਿਓ ਗੱਲਾਂ ਕਰਦੀਆਂ ਵੀ ਆ ਰਹੀਆਂ ਨੇ ਤੇ ਕੰਮ ਵੀ ਕਰ ਰਹੀਆਂ ਨੇ, ਇਵੇਂ। ਸੋ ਕਹਿਣ ਦਾ ਭਾਵ ਬਾਣੀ 'ਚ ਬੜੀਆਂ ਉਦਾਹਰਨਾਂ ਨੇ ਗੁਰੂ ਕੇ ਪਿਆਰ ਵਾਲਿਓ। ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਸਿਮਰਨ ਲਈ ਵਕਤ ਕਿੰਨਾ ਕੱਢਣਾ, ਸਿਮਰਨ ਲਈ ਸਾਰਾ ਹੀ ਵਕਤ ਹੈ, ਕਿਉਂਕਿ ਅਸੀਂ ਕਿਰਤ ਕਰਦਿਆਂ ਕਰਦਿਆਂ ਨਾਲ ਸਿਮਰਨ ਕਰਨਾ ਹੈ। ਬਾਣੀ ਇਹੀ ਸਿਖਾਉਂਦੀ ਹੈ। ਇਸੇ ਕਰਕੇ ਸਾਹਿਬ ਨੂੰ ਜੋਗੀ ਜਿਹੜੇ ਸ਼ਮੇਰ ਪਰਬਤ ਤੇ ਜਾ ਕੇ ਛਿਪ ਗਏ ਸਨ, ਉਹਨਾਂ ਨੇ ਸਵਾਲ ਕੀਤਾ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ। ਕਹਿੰਦੇ ਦੱਸ ਤੂੰ ਸਿਮਰਨ ਕਿਵੇਂ ਕਰਦਾ ਹੈ? ਗ੍ਰਸਤ ਦੇ ਝਮੇਲਿਆਂ 'ਚ ਰਹਿ ਕੇ ਤੇ ਸਿਮਰਨ ਹੁੰਦਾ ਨਹੀਂ, ਇਸੇ ਕਰਕੇ ਤੇ ਅਸੀਂ ਪਹਾੜਾਂ 'ਚ ਆ ਗਏ ਹਾਂ, ਇੱਥੇ ਕੰਧਰਾਂ 'ਚ ਆ ਗਏ ਹਾਂ, ਗੁਫਾਵਾਂ 'ਚ ਆ ਗਏ ਹਾਂ ਸਿਮਰਨ ਕਰਕੇ। ਤੂੰ ਦੱਸ ਕਿਵੇਂ ਗ੍ਰਸਤ 'ਚ ਜਾ ਕੇ ਸਿਮਰਨ ਕਰਨਾ? ਤੇ ਸਤਿਗੁਰੂ ਜੀ ਨੇ ਉਦਾਹਰਨ ਕਾਹਦੀ ਦਿੱਤੀ? ਪਾਤਸ਼ਾਹ ਜੀ ਸਾਡੇ ਆਲੇ ਦੁਆਲੇ ਦੀ ਉਦਾਹਰਨ ਦਿੰਦੇ ਨੇ। ਕਹਿੰਦੇ ਨੇ
ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਇੰਨਾ ਕੁ ਜੋੜ ਲੈਣਾ, ਇਵੇਂ ਕੁ ਜੋੜ ਲੈਣਾ ਜਿਵੇਂ ਮੁਰਗਾਈ ਪਾਣੀ ਦੇ ਵਿੱਚ ਰਹਿੰਦੀ ਹੈ ਪਰ ਉਹਦੇ ਖੰਭਾਂ ਨੂੰ ਪਾਣੀ ਨਹੀਂ ਲੱਗਦਾ। ਮੁਰਗਾਈ ਦੇਖੀ ਹੋਣੀ ਹੈ ਪਾਣੀ ਵਿੱਚ, ਛੱਬੜ ਵਿੱਚ, ਉਹ ਰਹਿੰਦੀ ਪਾਣੀ ਦੇ ਵਿੱਚ ਹੈ। ਕਮਲ ਦਾ ਫੁੱਲ ਰਹਿੰਦਾ ਚਿੱਕੜ ਦੇ ਵਿੱਚ ਹੈ, ਪਰ ਕਦੇ ਉਹਦੇ ਪੰਖੜੀਆਂ ਨੂੰ, ਕਦੇ ਉਹਦੇ ਜਿਹੜੀਆਂ ਪੰਖੜੀਆਂ ਨੇ ਉਹਨਾਂ ਨੂੰ ਗਾਰਾ ਨਹੀਂ ਲੱਗਦਾ। ਸਤਿਗੁਰੂ ਜੀ ਨੇ ਇਹ ਉਦਾਹਰਨ ਉਹਨਾਂ ਜੋਗੀਆਂ ਨੂੰ ਸਮਝਾਈ ਕਿ ਆਓ ਗ੍ਰਸਤ 'ਚ ਚੱਲੀਏ। ਸਤਿਗੁਰੂ ਜੀ ਉਹਨਾਂ ਨੂੰ ਪਹਾੜਾਂ 'ਚੋਂ ਕੱਢ ਕੇ ਇੱਥੇ ਲਿਆਏ ਤੇ ਕਿਰਤ ਵਿੱਚ ਪਾਇਆ। ਕਿਰਤ ਵਿੱਚ ਪਾ ਕੇ ਦੋਵੇਂ ਚੀਜ਼ਾਂ ਇਕੱਠੀਆਂ ਦਿੱਤੀਆਂ ਕਿ ਕਿਰਤ ਕਰਨੀ ਹੈ ਤੇ ਨਾਲ ਸਿਮਰਨ ਕਰਨਾ। ਸੋ ਅਗਲੀ ਗੱਲ, ਇੱਕ ਗੱਲ ਹੋ ਸਕਦਾ ਬਾਣੀ ਵਿੱਚੋਂ ਤੁਹਾਨੂੰ ਸਪਸ਼ਟ ਹੋਈ ਹੋਵੇ। ਬਾਣੀ ਦੇ ਬਹੁਤ ਸਾਰੇ ਬਚਨ ਨੇ ਪਰ ਮੈਂ ਢੁਕਵੇਂ ਬਚਨ ਤੁਹਾਡੇ ਸਾਹਮਣੇ ਰੱਖੇ ਨੇ। ਆਪ ਜੀ ਸ਼ਾਮ ਨੂੰ ਨਿਤਨੇਮ ਕਰਦੇ ਹੋ, ਉਹਦੇ ਵਿੱਚ ਵੀ ਇਹ ਬਚਨ ਆਉਂਦਾ ਹੈ। ਇੱਕ ਉਦਾਹਰਨ ਆਉਂਦੀ ਹੈ ਸ਼ਾਮ ਨੂੰ ਜਦੋਂ ਨਿਤਨੇਮ ਕਰਦੇ ਹੋ ਜਾਂ ਗੁਰਦੁਆਰਾ ਸਾਹਿਬ ਤੋਂ ਸੁਣਦੇ ਹੋ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ, ਤਾ ਕਾ ਰਿਜਕ ਆਗੈ ਘਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਇੱਕ ਤੇ ਬਚਨ ਆਉਂਦਾ, ਇੱਕ ਬਚਨ ਆਉਂਦਾ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਦੂਰੋਂ ਉੱਡ ਕੇ ਆਉਣ ਵਾਲੀ ਕੂੰਜ ਦਾ, ਕਿ ਕੂੰਜ ਏਡੀ ਦੂਰੋਂ ਉੱਡ ਕੇ ਆਉਂਦੀ। ਕੂੰਜ ਇੱਕ ਪੰਛੀ ਹੈ। ਜਦੋਂ ਸਾਡੇ ਸਰਦੀਆਂ ਆਰੰਭ ਹੁੰਦੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਸਾਈਬੇਰੀਆ ਇੱਕ ਦੇਸ਼ ਹੈ, ਉੱਥੋਂ ਉੱਡ ਕੇ ਇੱਥੇ ਆਉਂਦਾ, ਉੱਥੇ ਆਂਡੇ ਦੇ ਆਉਂਦਾ ਤੇ ਉੱਡ ਕੇ ਇੱਥੇ ਆ ਜਾਂਦਾ। ਸਤਿਗੁਰੂ ਜੀ ਕਹਿੰਦੇ ਕਮਾਲ ਦੀ ਗੱਲ ਹੈ, ਉਸ ਪੰਛੀ ਦੀ ਕਮਾਲ ਦੀ ਗੱਲ ਹੈ, ਏਡੀ ਦੂਰ ਆ ਗਿਆ। ਏਡੀ ਦੂਰ ਆਉਣ ਦੇ ਬਾਵਜੂਦ ਵੀ ਉਸ ਨੂੰ ਆਪਣੇ ਘੋਂਸਲੇ ਦਾ ਤੇ ਆਪਣੇ ਦਿੱਤੇ ਹੋਏ ਆਂਡਿਆਂ ਦਾ ਭੁਲੇਖਾ ਨਹੀਂ ਪੈਂਦਾ। ਇਹ ਨਹੀਂ ਕਿ ਉਹਦੇ 'ਚ ਮੱਲ ਲਵੇ ਤੇ ਉਹਦੇ 'ਚ ਮੱਲ ਲਵੇ। ਕਹਿੰਦੇ ਤੇਰੀ ਜ਼ਿੰਦਗੀ ਵੀ ਇੰਨੀ ਹੈ, ਤੂੰ ਗ੍ਰਸਤ ਦੇ ਵਿੱਚ ਜਿੰਨੀ ਦੂਰ ਤੱਕ ਮਰਜ਼ੀ ਚਲਾ ਜਾ, ਜਿੰਨੇ ਮਰਜ਼ੀ ਕੰਮ ਕਾਰ ਵਿਹਾਰ ਕਰ, ਪਰ ਤੇਰੀ ਸੁਰਤ ਜਿਹੜੀ ਆ ਕੂੰਜ ਦੇ ਵਰਗੀ ਹੋਣੀ ਚਾਹੀਦੀ ਹੈ। ਜਿਵੇਂ ਕੂੰਜ ਨੂੰ ਆਪਣੇ ਬੱਚੇ ਤੇ ਆਂਡੇ ਨਹੀਂ ਨਾ ਭੁੱਲੇ, ਤੈਨੂੰ ਵੀ ਵਾਹਿਗੁਰੂ ਨਹੀਂ ਭੁੱਲਣਾ ਚਾਹੀਦਾ। ਕਿਰਤ ਜਿੰਨੀ ਮਰਜ਼ੀ ਕਰ, ਭਾਵੇਂ 24 ਘੰਟੇ ਕਿਰਤ ਕਰ, ਪਰ ਤੇਰਾ ਸੁਭਾਅ, ਤੇਰੀ ਸੁਰਤ ਜਿਹੜੀ ਆ ਕੂੰਜ ਦੇ ਵਰਗੀ ਹੋਣੀ ਚਾਹੀਦੀ ਹੈ। ਸਾਹਿਬ ਨੇ ਇਹ ਉਦਾਹਰਨ ਦਿੱਤੀ ਹੈ ਬਾਣੀ 'ਚ। ਸੋ ਅਸੀਂ ਕਿਰਤ ਕਰਦਿਆਂ ਨਾਲ ਨਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ, ਇਹ ਦੋਵੇਂ ਕੰਮ ਇਕੱਠੇ ਕਰਨੇ ਨੇ ਤੇ ਇਕੱਠੇ ਕਰਦਿਆਂ ਇੱਕ ਦਿਨ ਵਾਹਿਗੁਰੂ ਦਾ ਰੂਪ ਆਪਣੇ ਆਪ ਬਣ ਜਾਵਾਂਗੇ। ਸੋ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਕਿ ਸਾਹਿਬ ਬਾਣੀ ਦੇ ਵਿੱਚ ਇਹ ਕਹਿੰਦੇ ਨੇ, ਕਹਿੰਦੇ ਮਰਨਾ ਸੱਚ ਹੈ, ਜਿਉਣਾ ਝੂਠ ਹੈ, ਪਰ ਸਾਹਿਬ ਕਹਿੰਦੇ ਜ਼ਿੰਦਗੀ ਉਹੀ ਪ੍ਰਵਾਨ ਹੈ ਜਿਹੜੀ ਸਿਮਰਨ ਦੇ ਵਿੱਚ ਗੁਜ਼ਰੀ। ਸਿਮਰਨ ਤੋਂ ਵਿਹੂਣੀ ਜ਼ਿੰਦਗੀ ਬੇਸ਼ੱਕ ਭਾਵੇਂ ਜਿੰਨੀ ਲੰਮੀ ਹੈ, ਜਿੰਨੀ ਮਰਜ਼ੀ ਉਹਦਾ ਫੈਲਾਅ ਹੈ, ਪਰ ਸਾਹਿਬ ਨੇ ਉਸ ਜ਼ਿੰਦਗੀ ਨੂੰ ਪ੍ਰਵਾਨ ਨਹੀਂ ਕੀਤਾ। ਮੈਂ ਉਹ ਬਚਨ ਤੁਹਾਡੇ ਸਾਹਮਣੇ ਰੱਖ ਦੇਵਾਂ। ਹੈ ਤੇ ਬੜੇ ਸਾਹਿਬ ਦੇ ਉਹ ਬਚਨ ਬੜੇ ਹਿਰਦੇ ਨੂੰ ਸੱਟ ਮਾਰਨ ਵਾਲੇ ਨੇ, ਪਰ ਸੁਣਨੇ ਪੈਣਗੇ। ਸਾਹਿਬ ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ। ਇੱਕ ਇਹ ਬਚਨ ਕਿਹਾ ਸੀਗਾ, ਕਹਿੰਦੇ ਇੱਕ ਬਚਨ ਹੋਰ ਹੈ ਸਾਹਿਬ ਜੀ ਦਾ, ਉੱਥੇ ਸਾਹਿਬ ਕਹਿੰਦੇ ਬਿਨਾਂ ਸਿਮਰਨ ਤੋਂ ਜਿਹੜੀ ਬੰਦੇ ਦੀ ਜ਼ਿੰਦਗੀ ਹੈ ਨਾ, ਸਾਹਿਬ ਗੁਰੂ ਅਰਜਨ ਸਾਹਿਬ ਦਾ ਉਹ ਬਚਨ ਹੈ, ਕਹਿੰਦੇ ਮੈਨੂੰ ਤੇ ਇਉਂ ਲੱਗਦਾ ਇਹ ਬੰਦਾ ਨਹੀਂ, ਮੈਨੂੰ ਤੇ ਕੂਕਰ ਲੱਗਦਾ। ਇਹ ਗੁਰੂ ਅਰਜਨ ਸਾਹਿਬ ਦੇ ਬਚਨ ਨੇ। ਕਹਿੰਦੇ ਮੈਨੂੰ ਇਹ ਇਨਸਾਨ ਨਹੀਂ ਲੱਗਦਾ, ਮੈਨੂੰ ਇਹ ਕੂਕਰ ਲੱਗਦਾ ਹੈ, ਮੈਨੂੰ ਇਹ ਸੂਅਰ ਲੱਗਦਾ ਹੈ, ਜਾਂ ਮੈਨੂੰ ਇਹ ਹੋਰ ਕੋਈ ਚੀਜ਼ ਨਜ਼ਰ ਆਉਂਦੀ ਹੈ। ਸਾਹਿਬ ਨੇ ਇਸ ਤਰ੍ਹਾਂ ਵੀ ਸਾਡੇ ਜੀਵਨ ਨੂੰ ਅੰਕਿਆ ਹੈ, ਸਾਡੇ ਜੀਵਨ ਨੂੰ ਇਸ ਤਰ੍ਹਾਂ ਵੀ ਸਾਹਿਬ ਨੇ ਦੇਖਿਆ ਹੈ। ਸੋ ਮੁੱਖ ਦੀ ਗੱਲ ਮੈਂ ਅਖੀਰ ਤੇ ਆਵਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਕਿਸੇ ਸ਼ਾਇਰ ਨੇ ਇਹ ਗੱਲ ਕਹੀ ਹੈ, ਕਹਿਣ ਲੱਗਾ ਇਹ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਇਹ ਬੜੀ ਥੋੜੀ ਜੀ ਹੈ। ਇਸ ਜ਼ਿੰਦਗੀ ਕੇ ਹੈ ਦੋ ਜਹਾਂ, ਕਹਿੰਦੇ ਇਸ ਜ਼ਿੰਦਗੀ ਦੇ ਦੋ ਜਹਾਨ ਨੇ, दो टकाने ने। इस जिंदगी के हैं दो जहां, एक ये जहां एक वो जहां, इन दो जहां के बीच में एक सांस का है फासला। अगर चल रहा है तो ये जहां, अगर रुक गया तो वो जहां। फिर ध्यान नाल सुन लेना, असीं बाणी दा जिहड़ा बचन सुनदे आ ना, हम आदमी हाँ एकदमी एकदम दे। उसनूं शायर ने बड़ी कमाल अपनी कलम नाल लिखिया। वो कहंदा इस जिंदगी के हैं दो जहां, एक ये जहां एक वो जहां, इन दो जहां में के बीच में एक सांस का है फासला। अगर चल रहा है तो ये जहां, अगर रुक गया तो वो जहां। जे चलदे आ ते इंसान आ, नहीं तो मिट्टी दी ढेरी है। इस करके साहब कहंदे सिमरन विच जुड़ के ते आपसी जिहड़ी नफरत है
आपसी जिहड़ी ईरखा है, आपसी जिहड़ा ईरखा ते दवेश ते लड़ाइयां ते झगड़े ने, इन्हां नूं मुका दे, इन्हां नूं छड्ड दे। किसी कवि ने साहिब दी इस चीज़ नूं अपनी कलम तो लिखिया, वो कहंदा है जो लिखिया विच नसीब साडे, ओहिओ तूं लैना, ओहिओ मैं लैना। जो साडे नसीबां विच जो लेख पए ने, ਉਹੀ ਸਭ ਨੇ ਲੈਣੇ ਨੇ। ਜਿਵੇਂ ਮਾਤਾ ਜੀ ਬਾਰੇ ਦੱਸ ਰਹੇ ਸਨ, ਗੱਲਾਂ ਕਰਦੇ ਕਿ ਅਚਾਨਕ ਹੀ ਐਸਾ ਸਾਰਾ ਕੁਝ ਹੋ ਗਿਆ, ਕਿਸੇ ਨੂੰ ਚੇਤਾ ਵੀ ਨਹੀਂ ਸੀਗਾ, ਕਿਸੇ ਦੇ ਖਿਆਲ ਵਿੱਚ ਵੀ ਨਹੀਂ ਸੀਗਾ ਕਿ ਇਹ ਭਾਣਾ ਵਾਪਰ ਜਾਏਗਾ। ਕਿਉਂਕਿ ਬਾਣੀ ਦੇ ਵਿੱਚ ਬਚਨ ਵੀ ਹੈ, ਬਾਣੀ ਦੇ ਇਹ ਬਚਨ ਵੇਖੋ ਕਿਤੇ ਨਾ ਕਿਤੇ ਸਾਡੀ ਰਹਿਨੁਮਾਈ ਕਰਦੇ ਨੇ। ਬਾਣੀ 'ਚ ਬਚਨ ਲਿਖੇ ਨੇ ਸਾਹਿਬ ਨੇ, ਕਹਿੰਦੇ ਨੇ ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਿਨ੍ਹਾਂ ਦਾ ਚੇਤਾ ਵੀ ਨਹੀਂ ਸੀਗਾ, ਉਹ ਗੱਲਾਂ ਉਹਨੇ ਕਰ ਦਿੱਤੀਆਂ। ਇਸੇ ਕਰਕੇ ਉਹ ਕਵੀ ਲਿਖਦਾ ਹੈ, ਕਹਿੰਦਾ ਜੋ ਲਿਖਿਆ ਵਿੱਚ ਨਸੀਬ ਸਾਡੇ, ਉਹੀਓ ਤੂੰ ਲੈਣਾ, ਉਹੀਓ ਮੈਂ ਲੈਣਾ। ਜੋ ਲਿਖਿਆ ਵਿੱਚ ਨਸੀਬ ਸਾਡੇ, ਉਹੀਓ ਤੂੰ ਲੈਣਾ, ਉਹੀਓ ਮੈਂ ਲੈਣਾ। ਤੇਰਾ ਮੇਰਾ ਮੁਸਾਫਰਾ ਕੀ ਝਗੜਾ, तेरा मेरा मुसाफरा की झगड़ा, ना तू रहना ना मैं रहना। तो मुक्कदी गल इत्थे है, गुरु ग्रंथ साहिब सच्चे पातशाह महाराज सानू सारिਆਂ ਨੂੰ ਇੱਕੋ ਗੱਲ ਸਮਝਾਉਂਦੇ ਨੇ, ਭਾਈ एक पिता एक सके हम बारक, तू मेरा गुर हाई। आपसी झगड़िਆਂ ਨੂੰ ਮਿਲਾ ਕੇ, ਮਿਟਾ ਕੇ ਅਤੇ ਪਿਆਰ ਦੀ ਤੇ ਮੁਹੱਬਤ ਦੀ ਜਿਹੜੀ ਜ਼ਿੰਦਗੀ ਹੈ ਤੁਸੀਂ ਜੀਓ। ਇਹ ਜ਼ਿੰਦਗੀ ਬੜੀ ਥੋੜ੍ਹੀ ਅਤੇ ਬੜੇ ਥੋੜ੍ਹੇ ਪਲਾਂ ਦੀ ਹੈ, ਇਹਨੇ ਕਿੱਦਣ ਖਤਮ ਹੋ ਜਾਣਾ, ਇਹਦਾ ਪਾਰਲਾ ਕਿਨਾਰਾ ਕਿੱਦਣ ਮੁੱਕ ਜਾਣਾ, ਕਿਸੇ ਨੂੰ ਨਹੀਂ ਪਤਾ। ਵੇਖੋ ਕਿੱਡੀ ਕਮਾਲ ਦੀ ਉਦਾਹਰਨ ਹੈ ਬਾਣੀ ਦੇ ਵਿੱਚ। ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਨਦੀ ਕਿਨਾਰੇ ਰੁੱਖੜਾ, ਕਿਚਰਕ ਬੰਨੇ ਧੀਰ। ਨਦੀ ਦੇ ਕਿਨਾਰੇ ਰੁੱਖ ਜਿਹੜਾ ਨਾ ਕਿੰਨੇ ਕੁ ਦਿਨ ਰਹੇਗਾ? ਇੱਕ ਦਿਨ ਤਾਂ ਐਸਾ ਆਏਗਾ ਨਾ ਜਦੋਂ ਨਦੀ ਉਹਨੂੰ ਘੇਰ ਪਾਏਗੀ, ਉਹਦੀਆਂ ਜੜ੍ਹਾਂ 'ਚੋਂ ਮਿੱਟੀ ਡਿੱਗੇਗੀ ਤੇ ਉਹ ਡਿੱਗ ਪਏਗਾ। ਹਾਂ, ਕੋਈ ਮੈਦਾਨ ਵਿੱਚ ਰੁੱਖ ਹੋਵੇ ਤੇ ਆਪਾਂ ਆਸ ਕਰ ਸਕਦੇ ਹਾਂ ਕਿ ਇਹ ਇੰਨੀ ਦਿਨ ਤੱਕ ਰਹੇਗਾ, ਪਰ ਕਹਿੰਦੇ ਨਦੀ ਦੇ ਕਿਨਾਰੇ ਰੁੱਖ ਦਾ ਕੋਈ ਪਤਾ ਨਹੀਂ ਉਹਦੇ ਕਿੱਦਣ ਡਿੱਗ ਪੈਣਾ, ਕਿੱਦਣ ਨਦੀ ਨੇ ਆਪਣੇ ਵਹਾਅ ਦੇ ਨਾਲ ਉਹਦੀਆਂ ਜੜ੍ਹਾਂ ਦੇ ਵਿੱਚੋਂ ਮਿੱਟੀ ਨੂੰ ਕੱਢ ਲੈਣਾ ਤੇ ਉਸ ਰੁੱਖ ਨੇ ਉਸੇ ਨਦੀ ਦੇ ਵਿੱਚ ਸਿਮਟ ਜਾਣਾ। ਇਸੇ ਕਰਕੇ ਸਾਹਿਬ ਕਹਿੰਦੇ ਨੇ ਨਦੀ ਕਿਨਾਰੇ ਰੁੱਖੜਾ, ਕਿਚਰਕ ਬੰਨੇ ਧੀਰ। ਫਰੀਦਾ ਆ ਭੈਣਾਂ ਬੈਠੀਆਂ ਨੇ, ਘੜੇ ਵੇਚਣ ਵਾਲੇ ਆਉਂਦੇ ਹੁੰਦੇ ਸਨ, ਹੁਣ ਤੇ ਘੜਿਆਂ ਦੀ ਗੱਲ ਹੀ ਖਤਮ ਹੋ ਗਈ ਹੈ। ਘੜੇ ਵੇਚਣ ਵਾਲਾ ਆਉਣਾ, ਭੈਣਾਂ ਨੇ ਆਪਸ 'ਚ ਇਕੱਠੇ ਹੋ ਜਾਣਾ, ਇੱਕ ਦੂਜੀ ਨੂੰ ਕਹਿਣਾ ਵੇਖੀ ਨਹੀਂ ਇਹ ਕਿਤੇ ਕੱਚਾ ਤਾਂ ਨਹੀਂ। ਕਾਹਤੋਂ? ਸਵਾਲ ਪਿੱਛੇ ਕਿ ਜੇ ਕੱਚਾ ਲੈ ਲਿਆ ਨਾ, ਇਸ ਕੱਚੇ ਘੜੇ ਵਿੱਚੋਂ ਧੀਰੇ ਧੀਰੇ ਪਾਣੀ ਟਪਕੇਗਾ, ਨਾਲੇ ਤੇ ਘਰ ਨੂੰ ਖਰਾਬ ਕਰੇਗਾ ਤੇ ਨਾਲੇ ਘੜਾ ਟੁੱਟ ਜਾਏਗਾ। ਵੇਖੋ ਸਾਡੇ ਘਰਾਂ ਦੀ ਗੱਲ, ਕਹਿੰਦੇ ਕੱਚੇ ਭਾਂਡੇ ਰੱਖੀ ਹੈ ਕਿਚਰ ਤਾਈ ਨੀਰ। ਜਿਵੇਂ ਕੱਚੇ ਭਾਂਡੇ ਦੇ ਵਿੱਚ ਨੀਰ ਸੰਭਾਲਿਆ ਨਹੀਂ ਜਾ ਸਕਦਾ, ਇਹ ਦੇਹੀ ਕੱਚੀ ਹੈ, ਇਹਦੇ ਵਿੱਚ ਸਵਾਸਾਂ ਦਾ ਪਾਣੀ ਸੰਭਾਲਿਆ ਨਹੀਂ ਜਾ ਸਕਦਾ, ਉਸ ਨੂੰ ਬੰਨਿਆ ਨਹੀਂ ਜਾ ਸਕਦਾ। ਸਾਹਿਬ ਨੇ ਇਹੀ ਗੱਲ ਸਾਨੂੰ ਪਵਿੱਤਰ ਬਾਣੀ ਦੇ ਵਿੱਚ ਸਮਝਾਈ ਹੈ। ਇਸੇ ਕਰਕੇ ਇੱਕ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਜ਼ਿੰਦਗੀ ਭਾਵੇਂ ਥੋੜ੍ਹੀ ਹੈ ਭਾਵੇਂ ਬਹੁਤੀ ਹੈ, ਪਰ ਸਾਹਿਬ ਕਹਿੰਦੇ ਨੇ ਉਹ ਜ਼ਿੰਦਗੀ ਸਫਲ ਹੈ। ਸਫਲ 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 ਭਈ ਯਾਤਰਾ ਆਵਣ ਜਾਣ ਰਹਿਓ। ਉਹ ਯਾਤਰਾ ਸਫਲ ਹੈ ਜਿਹਦੇ 'ਚ ਬੰਦਾ ਸਿਮਰਨ ਨਾਲ ਜੁੜ ਕੇ ਆਪਣੀ ਆਉਣ ਤੇ ਜਾਣ ਦੀ ਗੇੜ ਨੂੰ ਖਤਮ ਕਰ ਜਾਂਦਾ ਹੈ, ਜਿਸ ਨੂੰ ਬਾਬਾ ਰਵਿਦਾਸ ਸਾਹਿਬ ਨੇ ਵੀ ਆਪਣੇ ਬਚਨਾਂ 'ਚ ਕਿਹਾ ਹੈ ਕਿ ਇਸ ਵਾਰੀ ਦੇ ਵਿੱਚ ਮੈਨੂੰ ਆਪਣੇ ਦਰਸ਼ਨ ਬਖਸ਼, ਤਾਂ ਕਿ ਮੇਰੀ ਇਹ ਜ਼ਿੰਦਗੀ ਦੀ ਜਿਹੜੀ ਗੇੜ ਹੈ ਇਸ ਨੂੰ ਮੈਂ ਸਮਾਪਤ ਕਰ ਸਕਾਂ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਸਾਹਿਬ ਖਿਮਾ ਕਰ ਦੇਣ ਅਤੇ ਅਸੀਂ ਸਾਰੇ ਜਾਣੇ ਮਿਲ ਕੇ ਅਰਦਾਸ ਬੇਨਤੀ ਕਰੀਏ। ਵਿਛੜੇ ਹੋਏ ਪ੍ਰਾਣੀ, ਵਿਛੜੀ ਹੋਈ ਇਸ ਮਾਤਾ ਦੇ ਨਮਿਤ ਕਿ ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ, ਕਿ ਉਹ ਸਾਹਿਬ ਨਾਲ ਮੇਲ ਹੋ ਜਾਏ। ਜਿੱਥੇ ਪੰਜ ਤੱਤਾਂ ਦੇ ਵਿੱਚ ਸਮਾ ਗਏ ਨੇ, ਉੱਥੇ ਉਹ ਜੋਤ ਉਸ ਦੇ ਚਰਨਾਂ ਵਿੱਚ ਜਾ ਟਿਕੇ, ਉਹਦੇ ਚਰਨਾਂ ਦੇ ਵਿੱਚ ਵਿਰਾਜਮਾਨ ਹੋ ਜਾਏ। ਭੁੱਲਾਂ ਗਲਤੀਆਂ ਦੀ ਖਿਮਾ। ਗੱਜ ਵੱਜ ਕੇ ਸਭਨਾਂ ਨੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੁਧਰਨਾ